परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣਾਂਗੇ ਮਤੀ 18 ਉਹਦੀ 21 ਔਰ 22 ਨੰਬਰ ਆਇਤ ਨੂੰ। ਤਦ ਪਤਰਸ ਨੇ ਉਹਨੂੰ ਆਖਿਆ, ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰਦਾ ਰਹੇ ਅਤੇ ਮੈਂ ਉਹਨੂੰ ਮਾਫ਼ ਕਰਾਂ? ਕੀ 7 ਵਾਰ? ਯਿਸੂ ਨੇ ਉਹਨੂੰ ਕਿਹਾ, ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ 7 ਵਾਰ, ਪਰ 7 ਦੇ 70 ਗੁਣਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਕਿ ਜਦ ਪਤਰਸ ਨੇ ਸੋਚਿਆ ਕਿ ਪ੍ਰਭੂ ਜੀ, ਜੇ ਤੁਸੀਂ ਕਹਿੰਦੇ ਆ ਕਿ ਸਾਨੂੰ ਇੱਕ ਦੂਜੇ ਨੂੰ ਮਾफ़ ਕਰਨਾ ਚਾਹੀਦਾ ਆ, ਤੇ ਕਿੰਨੀ ਵਾਰ ਜੇ ਕੋਈ ਮੇਰੇ ਨਾਲ ਪਾਪ ਕਰੇ ਔਰ ਮੈਂ ਉਹਨੂੰ ਕਿੰਨੀ ਵਾਰ ਮਾफ़ ਕਰਾਂ? ਤਾਂ ਆਪਾਂ ਕੀ ਵਚਨ 'ਚ ਜਾਣਿਆ? ਪ੍ਰਭੂ ਜੀ ਕਹਿੰਦੇ ਕਿ 7 ਵਾਰ ਨਹੀਂ ਬਲਕਿ 7 ਦੇ ਵੀ 70 ਗੁਣਾ, ਮਤਲਬ ਬਹੁਤ ਵਾਰ। ਜਿੰਨੀ ਵਾਰੀ ਵੀ ਤੇਰੇ ਤੋਂ ਹੋ ਸਕਦਾ ਆ ਓਨੀ ਵਾਰੀ ਤੂੰ ਉਹਨੂੰ ਮਾफ़ ਕਰ। ਕਿਉਂਕਿ ਵਚਨ ਸਾਨੂੰ ਕੀ ਦੱਸਦਾ ਆਪਾਂ ਦੇਖਾਂਗੇ ਮਤੀ 18 ਉਹਦੀ 23, 24 ਔਰ 25 ਨੰਬਰ ਆਇਤ ਨੂੰ। ਇਸ ਲਈ ਸਵਰਗ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਨੌਕਰਾਂ ਤੋਂ ਲੇਖਾ ਲੈਣਾ ਚਾਹਿਆ ਅਤੇ ਜਦੋਂ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਉਹਨੂੰ ਉਸ ਕੋਲ ਲਿਆਏ। ਉਸ ਨੇ 10,000 ਤੋੜੇ ਦਾ ਕਰਜ਼ਾ ਦੇਣਾ ਸੀ, ਪਰ ਉਹਦੇ ਕੋਲ ਦੇਣ ਨੂੰ ਕੁਝ ਨਹੀਂ ਸੀ। ਉਹਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਸ ਦੀ ਪਤਨੀ ਅਤੇ ਬਾਲ ਬੱਚੇ ਤੇ ਸਭ ਕੁਝ ਜੋ ਉਹਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਸਵਰਗ ਦਾ ਰਾਜ ਕੀ ਹੈ? ਇੱਕ ਰਾਜੇ ਵਰਗਾ ਆ। ਕਹਿੰਦਾ ਜਿਹਨੇ ਆਪਣੇ ਨੌਕਰਾਂ ਤੋਂ ਕੀ ਲੇਖਾ ਲੈਣਾ ਚਾਹਿਆ, ਤੇ ਜਦ ਕਹਿੰਦੇ ਉਹਨਾਂ ਦੇ ਨੌਕਰਾਂ ਵਿੱਚੋਂ ਕਹਿੰਦੇ ਕਾਫੀਆਂ ਤੋਂ ਹਿਸਾਬ ਲਿਆ ਤੇ ਇੱਕ ਇਨਸਾਨ ਨੇ ਕੀ ਸੀ, ਕਰਜ਼ਾ ਦੇਣਾ ਸੀ, ਤੇ ਉਹਨੂੰ ਕੀ ਕਿਹਾ ਕਿ ਉਹਦਾ ਕਰਜ਼ਾ ਹੈ ਜਿਹੜਾ ਉਹਦੇ ਬਾਲ ਬੱਚੇ ਔਰ ਪਤਨੀ ਨੂੰ ਵੇਚ ਕੇ ਭਰ ਲਿਆ ਜਾਵੇ। ਨੈਕਸਟ ਆਪਾਂ ਦੇਖਾਂਗੇ ਮਤੀ 18 ਉਹਦੀ 26 ਔਰ 27 ਨੰਬਰ ਆਇਤ ਨੂੰ। ਤਦ ਉਸ ਨੌਕਰ ਨੇ ਪੈਰਾਂ 'ਤੇ ਡਿੱਗ ਕੇ ਕਿਹਾ, ਸਵਾਮੀ ਜੀ, ਮੇਰੇ ਉੱਤੇ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਮੋੜ ਦਿਆਂਗਾ। ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨੂੰ ਛੱਡ ਦਿੱਤਾ ਅਤੇ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਉਹ ਨੌਕਰ ਸੀ ਜਿਹੜਾ ਉਹ ਕਰਜ਼ਾ ਨਹੀਂ ਦੇ ਸਕਦਾ, ਤਾਂ ਉਸ ਨੌਕਰ ਦੇ ਮਾਲਕ ਨੇ ਕੀ ਤਰਸ ਕੀਤਾ। ਜਦੋਂ ਉਹ ਤਰਲੇ ਕਰ ਰਿਹਾ ਸੀ, ਜਦੋਂ ਉਹਨੇ ਮਿਹਨਤ ਕੀਤੀ ਕਿ ਸਵਾਮੀ ਜੀ ਮੇਰੇ ਉੱਤੇ ਧੀਰਜ ਕਰੋ, ਤਾਂ ਉਹਨੂੰ ਕੀ ਉਹਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਹਾਲੇਲੂਇਆ। ਪਰ ਨੈਕਸਟ ਆਪਾਂ ਵਚਨ 'ਚ ਦੇਖਾਂਗੇ ਮਤੀ 18 ਉਹਦੀ 28 ਔਰ 29 ਨੰਬਰ ਆਇਤ ਨੂੰ। ਜਦੋਂ ਉਹ ਨੌਕਰ ਬਾਹਰ ਨਿਕਲਿਆ ਤਦ ਉਹਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਸ ਨੇ 2 ਦਿਨਾਰ, 1 ਦਿਨਾਰ 1 ਦਿਨ ਦੀ ਮਜ਼ਦੂਰੀ ਦੇ ਬਰਾਬਰ ਲੈਣੇ ਸਨ। ਉਸ ਨੇ ਉਹਨੂੰ ਗਲੇ ਤੋਂ ਫੜ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ। ਤਦ ਉਹਦੇ ਨਾਲ ਦਾ ਨੌਕਰ ਉਹਦੇ ਪੈਰੀ ਪਿਆ ਅਤੇ ਮਿਹਨਤ ਕਰਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਸਾਰਾ ਕਰਜ਼ ਮੋੜ ਦਿਆਂਗਾ। ਹਾਲੇਲੂਇਆ। ਆਪਾਂ ਵਚਨ 'ਚ ਕੀ ਦੇਖਿਆ ਕਿ ਜਿਹੜੇ ਨੌਕਰ ਦਾ ਕਰਜ਼ਾ ਮਾਫ਼ ਕੀਤਾ ਗਿਆ ਸੀ ਉਹਨੂੰ ਜਦੋਂ ਮਾਫ਼ ਕਰ ਦਿੱਤਾ, ਤੇ ਉਹ ਜਦੋਂ ਬਾਹਰ ਜਾ ਰਿਹਾ ਸੀ ਤੇ ਜਿਸ ਤੋਂ ਉਹਨੇ ਕਰਜ਼ਾ ਲੈਣਾ ਸੀ ਤਾਂ ਉਹਨੇ ਉਸ ਨੌਕਰ ਦਾ ਗਲਾ ਫੜ ਲਿਆ ਔਰ ਉਹਨੂੰ ਕੀ ਕਹਿੰਦਾ ਕਿ ਮੇਰੇ ਪੈਸੇ ਜੋ ਤੂੰ ਕਰਜ਼ ਦੇਣਾ ਹੈ ਉਹ ਵਾਪਸ ਕਰ। ਪਰ ਉਹਨੇ ਜਦੋਂ ਮਿਹਨਤ ਕੀਤੀ ਤਾਂ ਆਪਾਂ ਦੇਖਾਂਗੇ ਤਾਂ ਉਸ ਨੌਕਰ ਨੇ ਉਹਦੇ ਨਾਲ ਕੀ ਕੀਤਾ। ਆਪਾਂ ਪੜਾਂਗੇ ਮਤੀ 18 ਉਹਦੀ 30 ਔਰ 31 ਨੰਬਰ ਆਇਤ ਨੂੰ।
ਪਰ ਉਹਨੇ ਉਸ ਦੀ ਨਾ ਸੁਣੀ, ਸਗੋਂ ਜਾ ਕੇ ਉਹਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। ਪਰ ਜਦੋਂ ਉਹਦੇ ਨਾਲ ਦਿਆਂ ਨੌਕਰਾਂ ਨੇ ਇਹ ਸਭ ਦੇਖਿਆ ਤਾਂ ਬਹੁਤ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। ਹਾਲੇਲੂਇਆ। ਆਪਾਂ ਕੀ ਦੇਖਿਆ ਕਿ ਜਿਹੜਾ ਨੌਕਰ ਖੁਦ ਆਪਣੇ ਕਰਜ਼ੇ ਦੇ ਲਈ ਮਿਹਨਤ ਕਰ ਰਿਹਾ ਸੀ, ਪਰ ਜਦੋਂ ਉਹਦੇ ਸਾਹਮਣੇ ਕਿਸੇ ਨੇ ਮਿਹਨਤ ਕੀਤੀ ਪਰ ਉਹਨੇ ਵੀ ਉਸੇ ਮਿਹਨਤ ਨੂੰ ਨਾ ਸੁਣਿਆ, ਪਰ ਉਹਨੂੰ ਕੀ ਸਜ਼ਾ ਦਿੱਤੀ, ਇਹਨੂੰ ਕੈਦ ਵਿੱਚ ਪਾ ਦਿੱਤਾ। ਪਰ ਇਹ ਸਭ ਦੇਖ ਕੇ ਸਾਹਮਣੇ ਵਾਲੇ ਨਾਰਾਜ਼ ਹੋਏ ਔਰ ਉਹਨਾਂ ਨੇ ਸਾਰਾ ਹਾਲ ਮਾਲਕ ਨੂੰ ਦੱਸ ਦਿੱਤਾ। ਪਰ ਆਪਾਂ ਦੇਖਾਂਗੇ ਕਿ ਉਸ ਮਾਲਕ ਨੇ ਫਿਰ ਕੀ ਕੀਤਾ। ਆਪਾਂ ਪੜਾਂਗੇ ਮਤੀ 18 ਉਹਦੀ 32 ਔਰ 33 ਨੰਬਰ ਆਇਤ ਨੂੰ। ਤਦ ਉਹਦੇ ਮਾਲਕ ਨੇ ਉਹਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ, ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ ਕਰ ਦਿੱਤਾ ਕਿਉਂ ਜੋ ਤੈਂ ਮੇਰੀ ਮਿਹਨਤ ਕੀਤੀ। ਫਿਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਇਆ ਕੀਤੀ ਸੀ, ਤੈਨੂੰ ਆਪਣੇ ਨੌਕਰ ਨਾਲ ਵੀ ਇਸੇ ਤਰ੍ਹਾਂ ਦਇਆ ਕਰਨੀ ਚਾਹੀਦੀ ਸੀ। ਹਾਲੇਲੂਇਆ। ਇਸ ਸਾਰੇ ਦ੍ਰਿਸ਼ਟਾਂਤ ਵਿੱਚ ਆਪਾਂ ਕੀ ਜਾਣਿਆ ਕਿ ਇੱਕ ਨੌਕਰ ਸੀ ਜਿਹਨੂੰ ਖੁਦ ਤਰਸ ਦੀ ਜ਼ਰੂਰਤ ਸੀ। ਉਹਨੇ ਆਪਣੇ ਲਈ ਤਰਸ ਦੇ ਲਈ, ਆਪਣੇ ਦੇ ਲਈ ਮਿਹਨਤ ਕੀਤੀ ਕਿ ਮੇਰੇ ਉੱਤੇ ਤਰਸ ਕੀਤਾ ਜਾਵੇ, ਪਰ ਉਹਨੇ ਕਿਸੇ ਹੋਰ ਦੇ ਉੱਤੇ ਤਰਸ ਨਾ ਕੀਤਾ। ਇਹ ਇੱਕ ਦ੍ਰਿਸ਼ਟਾਂਤ ਸੀ ਜੋ ਪ੍ਰਭੂ ਜੀ ਨੇ ਆਪਣੇ ਚੇਲਿਆਂ ਨੂੰ ਦੱਸਿਆ। ਪਰ ਇਸ ਦ੍ਰਿਸ਼ਟਾਂਤ ਦਾ ਮਤਲਬ ਕੀ ਸੀ? ਇਹ ਸਾਰੇ ਦ੍ਰਿਸ਼ਟਾਂਤ ਵਿੱਚੋਂ ਆਪਾਂ ਨੂੰ ਕੀ ਸਿੱਖਿਆ ਮਿਲੀ? ਜਿੱਦਾਂ ਆਪਾਂ ਪਹਿਲੇ ਵਚਨ 'ਚ ਜਾਣਿਆ ਸੀ, ਪ੍ਰਭੂ ਜੀ ਨੇ ਕਿਹਾ ਕਿ ਤੂੰ ਇੱਕ ਵਾਰ ਨਹੀਂ ਬਲਕਿ 7 ਦੇ ਵੀ 70 ਗੁਣਾ ਮਾਫ ਕਰ। ਪਰ ਉਹਦੇ ਬਦਲੇ ਕੀ ਉਹਨਾਂ ਨੇ ਕਿਹਾ ਕਿ ਜੇ ਤੂੰ ਚਾਹੁੰਦਾ ਹੈ ਵੀ ਤੇਰਾ ਕਰਜ਼ ਮਾਫ ਹੋਵੇ ਤਾਂ ਤੈਨੂੰ ਦੂਸਰਿਆਂ ਦੇ ਵੀ ਕਰਜ਼ ਮਾਫ ਕਰਨੇ ਪੈਣਗੇ। ਹਾਲੇਲੂਇਆ। ਕਿਉਂਕਿ ਜੇ ਪਰਮੇਸ਼ਰ ਤੋਂ ਅੱਜ ਅਸੀਂ ਆਪਣੇ ਪਾਪਾਂ ਦੀ ਮਾਫੀ ਮੰਗਦੇ ਹਾਂ, ਅੱਜ ਅਸੀਂ ਆਪਣੀਆਂ ਗਲਤੀਆਂ ਗੁਨਾਹਾਂ ਦੀ ਮਾਫੀ ਮੰਗਦੇ ਹਾਂ, ਤੇ ਸੱਚਮੁੱਚ ਜੇ ਅਸੀਂ ਕਿਸੇ ਦੇ ਵਿਰੁੱਧ ਪਾਪ ਕੀਤਾ ਆ ਉਹ ਸਾਰੇ ਮਾਫ ਕੀਤੇ ਜਾਣਗੇ। ਤੇ ਸਾਨੂੰ ਕੀ ਚਾਹੀਦਾ ਕਿ ਜੇ ਸਾਡੇ ਵਿਰੁੱਧ ਕਿਸੇ ਨੇ ਪਾਪ ਕੀਤਾ ਅਸੀਂ ਉਹ ਵੀ ਮਾਫ ਕਰਨੇ ਆ। ਕਿਉਂਕਿ ਅਗਰ ਅਸੀਂ ਕੁਝ ਲੈਣਾ ਚਾਹੁੰਦੇ ਹਾਂ ਤਾਂ ਬਦਲੇ ਵਿੱਚ ਸਾਨੂੰ ਦੇਣਾ ਵੀ ਪਊਗਾ। ਜੇ ਸਾਨੂੰ ਮਾਫੀ ਚਾਹੀਦੀ ਹੈ ਨਾ ਤੇ ਸਾਨੂੰ ਮਾਫੀ ਦੇਣੀ ਵੀ ਪਊਗੀ। ਵਚਨ ਸਾਨੂੰ ਦੱਸਦਾ ਕਿ ਜਦ ਆਪਣੇ ਪਰਮੇਸ਼ਰ ਨੇ ਸਾਡੇ ਤੋਂ ਲੇਖਾ ਲੈਣਾ ਹੈ ਨਾ ਕਿ ਤੁਸੀਂ ਕੀ ਕੀਤਾ, ਤੇ ਉਸ ਵੇਲੇ ਅਗਰ ਅਸੀਂ ਮਾਫ ਨਾ ਕੀਤਾ ਹੋਇਆ ਤੇ ਸਾਡੇ ਤੇ ਵੀ ਡਬਲ ਸਜ਼ਾ ਹੋਵੇਗੀ। ਹਾਲੇਲੂਇਆ। ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਡਬਲ ਸਜ਼ਾ ਦੇ ਹੱਕਦਾਰ ਹੋਈਏ। ਅੱਜ ਅਸੀਂ ਬਹੁਤ ਵਾਰ ਤੌਬਾ ਦੀ ਪ੍ਰਾਰਥਨਾ ਕਰਦੇ ਹਾਂ, ਸਾਡੇ ਤੋਂ ਗਲਤੀਆਂ ਗੁਨਾਹ ਹੋ ਜਾਂਦੇ ਆ ਤੇ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਪਣੇ ਘੁਟਨੇ ਟੇਕਦੇ ਹਾਂ, ਸੱਚਮੁੱਚ ਮਾਫੀ ਮੰਗਦੇ ਹਾਂ, ਕਹਿੰਦੇ ਪਿਤਾ ਸਾਨੂੰ ਮਾਫ ਕਰ। ਸਾਡੀ ਜ਼ਿੰਦਗੀ 'ਚ ਜੋ ਨੁਕਸਾਨ ਹੋਇਆ ਨਾ ਉਹਦੇ ਸਾਰੀ ਭਰਪਾਈ ਕਰ, ਕਿਉਂਕਿ ਅਸੀਂ ਜਾਣਦੇ ਕਿ ਤੁਸੀਂ ਸਾਡੇ ਲਈ ਕਰ ਸਕਦੇ ਆ। ਜੋ ਮਨੁੱਖਾਂ ਤੋਂ ਅਣਹੋਣਾ ਤੁਹਾਡੇ ਲਈ ਹੋ ਸਕਦਾ ਆ। ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਇਹ ਕਹਿਣਾ ਸੌਖਾ ਨਹੀਂ ਹੈਗਾ ਕਿ ਤੇਰੇ ਪਾਪ ਮਾਫ ਹੋ ਗਿਆ, ਪਰ ਪਰਮੇਸ਼ਰ ਦੇ ਪੁੱਤਰ ਨੇ ਸਾਡੇ ਪਾਪ ਮਾਫ ਕੀਤੇ। ਪਰ ਸਾਨੂੰ ਵੀ ਆਪਣੇ ਕਰਜ਼ਦਾਰਾਂ ਨੂੰ, ਆਪਣੇ ਗੁਨਾਹਗਾਰਾਂ ਨੂੰ, ਉਹਨਾਂ ਸਾਰਿਆਂ ਨੂੰ ਜਿਹੜੇ ਸਾਡੇ ਵਿਰੁੱਧ ਪਾਪ ਕਰਦੇ ਜਾਂ ਸਾਡੇ ਵਿਰੁੱਧ ਉਹਨਾਂ ਦੇ ਮਨ ਵਿੱਚ ਜ਼ਹਿਰ ਆ ਜਾਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਸਾਡੀ ਜ਼ਿੰਦਗੀ 'ਚ ਲੈ ਕੇ ਆਏ, ਆਪਾਂ ਉਹਨਾਂ ਸਾਰਿਆਂ ਨੂੰ ਮਾਫ ਕਰਨਾ ਆ। ਸਾਡੀ ਜ਼ਿੰਦਗੀ ਪਾਪ ਵਿੱਚ ਕਦੋਂ ਜਾਂਦੀ ਆ? ਜਦੋਂ ਅਸੀਂ ਸਿਰਫ ਲੈਣਾ ਜਾਣਦੇ ਹਾਂ, ਸਾਨੂੰ ਕਿਸੇ ਨੂੰ ਦੇਣਾ ਨਹੀਂ ਆਉਂਦਾ। ਅਸੀਂ ਆਪਣਾ ਮੂੰਹ ਖੋਲ੍ਹਦੇ ਹਾਂ ਤੇ ਸਿਰਫ ਆਪਣੇ ਲਈ ਖੋਲ੍ਹਦੇ ਹਾਂ, ਅਸੀਂ ਕਦੇ ਕਿਸੇ ਹੋਰ ਦੇ ਲਈ ਨਹੀਂ ਮੰਗਿਆ। ਅਸੀਂ ਜਦ ਵੀ ਬੋਲਦੇ ਹਾਂ ਸਾਨੂੰ ਇਹ ਹੁੰਦਾ ਹੈ ਕਿ ਸਾਨੂੰ ਦਿੱਤਾ ਜਾਵੇ ਪਰ ਸਾਨੂੰ ਕਿਸੇ ਨੂੰ ਦੇਣਾ ਨਾ ਪਵੇ। ਅਗਰ ਅਸੀਂ ਪਰਮੇਸ਼ਰ ਤੋਂ ਮਾਫੀ ਚਾਹੁੰਦੇ ਹਾਂ ਤਾਂ ਸਾਨੂੰ ਮਾਫੀ ਦੇਣੀ ਪਊਗੀ। ਜੇ ਅਸੀਂ ਪਰਮੇਸ਼ਰ ਤੋਂ ਦਇਆ ਚਾਹੁੰਦੇ ਤਾਂ ਸਾਨੂੰ ਦਇਆ ਕਰਨੀ ਵੀ ਪਊਗੀ। ਜੇ ਅੱਜ ਅਸੀਂ ਪਰਮੇਸ਼ਰ ਤੋਂ ਖੁਸ਼ਹਾਲੀ ਚਾਹੁੰਦੇ ਹਾਂ, ਆਨੰਦ ਚਾਹੁੰਦੇ ਤਾਂ ਸਾਨੂੰ ਕਿਸੇ ਦੀ ਜ਼ਿੰਦਗੀ ਵਿੱਚ ਆਨੰਦ ਦੇਣਾ ਵੀ ਪਊਗਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਸਾਨੂੰ ਦੇਣ ਵਾਲੇ ਬਣਾਇਆ ਆ। ਜਦ ਪਰਮੇਸ਼ਰ ਨੇ ਸਾਨੂੰ ਦੇਣ ਵਾਲੇ ਬਣਾਇਆ ਤੇ ਫਿਰ ਸਾਨੂੰ ਆਪਣੇ ਹੱਥ ਦੇਣ ਤੋਂ ਰੋਕਣਾ ਨਹੀਂ ਚਾਹੀਦਾ, ਕਿਉਂਕਿ ਸਾਡੇ ਸਰਵ ਸ਼ਕਤੀਮਾਨ ਜ਼ਿੰਦਾ ਪਰਮੇਸ਼ਰ ਨੇ ਸਾਨੂੰ ਇਸ ਧਰਤੀ ਦੇ ਰਾਜੇ ਬਣਾਇਆ ਆ। ਉਹਨਾਂ ਵਚਨ 'ਚ ਕੀ ਕਿਹਾ ਕਿ ਤੁਸੀਂ ਕੌਮਾਂ ਦੇ ਉੱਤੇ ਰਾਜ ਕਰੋਗੇ, ਤੁਸੀਂ ਕੌਮਾਂ ਨੂੰ ਕਰਜ਼ੇ ਦਿਓਗੇ। ਪਰ ਅਸੀਂ ਕਰਜ਼ੇ ਦੇਣੇ ਆ ਪਰ ਉਹਨਾਂ ਤੋਂ ਵਾਪਸ ਮੰਗਣੇ ਨਹੀਂ, ਕਿਉਂਕਿ ਸਾਨੂੰ ਪਰਮੇਸ਼ਰ ਨੇ ਮਾਫ ਕਰਨ ਦਾ ਆਤਮਾ ਦਿੱਤਾ ਆ, ਦਲੇਰੀ ਦਾ ਆਤਮਾ ਦਿੱਤਾ, ਸ਼ਾਂਤੀ ਦਾ, ਆਨੰਦ ਦਾ ਆਤਮਾ ਦਿੱਤਾ ਆ। ਅਸੀਂ ਹਮੇਸ਼ਾ ਆਨੰਦ ਵਿੱਚ ਰਹਿਣਾ ਆ। ਅਸੀਂ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕਰ ਦੇਣਾ। ਅਸੀਂ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਆ, ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਅਲੱਗ ਕੀਤਾ ਆ। ਅੱਜ ਅਸੀਂ ਅਲੱਗ ਹਾਂ, ਸਾਡਾ ਰਹਿਣਾ ਸਹਿਣਾ ਅਲੱਗ ਹੋਣਾ ਚਾਹੀਦਾ, ਸਾਡਾ ਸੁਭਾਅ ਅਲੱਗ ਹੋਣਾ ਚਾਹੀਦਾ, ਸਾਡੇ ਵਚਨ ਅਲੱਗ ਹੋਣੇ ਚਾਹੀਦੇ ਆ, ਸਾਡੀ ਪਹਿਚਾਣ ਅਲੱਗ ਹੋਣੀ ਚਾਹੀਦੀ, ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਸਾਫ਼ ਕੀਤਾ, ਪਾਕ ਕੀਤਾ ਆ। ਅਸੀਂ ਜੱਗੋਂ ਵੱਖਰੇ ਕੀਤੇ ਗਏ ਹਾਂ, ਅਸੀਂ ਕੌਮਾਂ ਦੇ ਰਾਜੇ ਕੀਤੇ ਗਏ ਹਾਂ, ਕਿਉਂਕਿ ਸਾਡਾ ਪਿਤਾ ਰਾਜਿਆਂ ਦਾ ਰਾਜਾ ਆ। ਹਾਲੇਲੂਇਆ। ਪਰ ਜੇ ਕਹਿੰਦੇ ਤੁਸੀਂ ਵੀ ਗਲਤੀਆਂ ਗੁਨਾਹਾਂ ਨੂੰ ਮਾਫ ਨਾ ਕਰੋਗੇ ਤਾਂ ਫਿਰ ਕੀ ਹੋਊਗਾ? ਆਪਾਂ ਦੇਖਾਂਗੇ ਮਤੀ 18 ਉਹਦੀ 35 ਨੰਬਰ ਆਇਤ ਨੂੰ। ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਰਾਵਾਂ ਨੂੰ ਦਿਲ ਤੋਂ ਮਾਫ ਨਾ ਕਰੋਗੇ। ਹਾਲੇਲੂਇਆ। ਜਦ ਉਸ ਨੌਕਰ ਨੇ ਕੀ ਕੀਤਾ? ਆਪਣੇ ਕਰਜ਼ ਮਾਫ ਕਰਨ ਦੇ ਲਈ ਮਿਹਨਤ ਕੀਤੀ ਪਰ ਕਿਸੇ ਹੋਰ ਦੀ ਪੁਕਾਰ ਨੂੰ ਨਾ ਸੁਣਿਆ ਤਾਂ ਫਿਰ ਕੀ ਹੋਇਆ?
ਕਹਿੰਦੇ ਜਿਹਨੇ ਉਹਦੇ ਤੋਂ ਦਇਆ ਕੀਤੀ ਸੀ ਉਹਨੇ ਉਸ ਨੂੰ ਦੁਬਾਰਾ ਫੇਰ ਸਜ਼ਾ ਦਿੱਤੀ। ਉਹਨੂੰ ਸਜ਼ਾ ਵਿੱਚ ਪਾਇਆ। ਉਹਨੂੰ ਗੁੱਸਾ ਆਇਆ ਕਿ ਮੈਂ ਤੇਰੇ ਤੇ ਦਇਆ ਕੀਤੀ ਪਰ ਤੂੰ ਦਇਆ ਕਿਉਂ ਨਾ ਕੀਤੀ। ਕਿਉਂਕਿ ਦੇਖੋ ਉਸ ਇਨਸਾਨ ਨੇ ਕਿੰਨਾ ਕਰਜ਼ ਦੇਣਾ ਸੀ, ਉਹਨੇ ਕਿੰਨਾ ਜ਼ਿਆਦਾ ਕਰਜ਼ ਦੇਣਾ ਸੀ। ਆਪਾਂ ਵਚਨ 'ਚੋਂ ਦੇਖਿਆ ਕਿ ਉਹਨੇ 10,000 ਤੋੜੇ ਜਿਹੜਾ ਕਰਜ਼ ਦੇਣਾ ਸੀ, ਪਰ ਉਹਦੇ ਤੋਂ 2 ਦਿਨਾਰ ਮਾਫ਼ ਨਾ ਹੋ ਸਕੇ। ਤੇ ਅਸੀਂ ਪ੍ਰੇਰ ਕੀ ਕਰਦੇ ਹਾਂ ਕਿ ਪ੍ਰਭੂ ਜੀ ਸਾਡੇ ਪਾਪ ਮਾਫ਼ ਹੋ ਜਾਣ, ਪਰ ਵਚਨ ਕੀ ਕਹਿੰਦਾ ਕਿ ਇਹ ਕਹਿਣਾ ਸੌਖਾ ਨਹੀਂ ਹੈਗਾ ਕਿ ਤੇਰੇ ਪਾਪ ਮਾਫ਼ ਹੋ ਗਏ ਆ। ਪ੍ਰਭੂ ਜੀ ਨੇ ਸਾਡੇ ਪਾਪ ਮਾਫ਼ ਕਰਨ ਦੇ ਲਈ ਆਪਣੇ ਆਪ ਨੂੰ ਸਲੀਬ ਦੇ ਲਈ ਦੇ ਦਿੱਤਾ, ਆਪਣਾ ਖੂਨ ਵਹਾ ਦਿੱਤਾ। ਸਿਰਫ ਖੂਨ ਨਹੀਂ ਵਹਾਇਆ ਬਲਕਿ ਆਪਣੇ ਆਪ ਨੂੰ ਬੁਰੇ ਤਰੀਕੇ ਦੇ ਨਾਲ ਉਹਨਾਂ ਨੇ ਸਲੀਬ 'ਤੇ ਦੇਣ ਨੂੰ ਦੇ ਦਿੱਤਾ। ਉਹਨਾਂ ਨੇ ਬੁਰੇ ਤਰੀਕੇ ਦੇ ਨਾਲ ਮਾਰ ਸਹੀ। ਉਹਨਾਂ ਨੇ ਹਰ ਤਰ੍ਹਾਂ ਦੇ ਪਾਪੀ ਲੋਕਾਂ ਤੋਂ ਵੀ ਆਪਣੇ ਆਪ ਨੂੰ ਗੱਲਾਂ ਸੁਣਾਈਆਂ, ਪਰ ਉਹਨਾਂ ਨੇ ਕਿਸੇ ਦਾ ਜਵਾਬ ਨਹੀਂ ਦਿੱਤਾ। ਪਾਪ ਮਾਫ਼ ਕਰਨੇ ਬਹੁਤ ਔਖੇ ਆ, ਪਰ ਜੇ ਅਸੀਂ ਇਹ ਕੰਮ ਕਰ ਸਕਦੇ ਹਾਂ ਤੇ ਸੱਚਮੁੱਚ ਸਾਡਾ ਪਰਮੇਸ਼ਰ ਸਾਨੂੰ ਬਹੁਤ ਉੱਚਿਆਂ ਕਰੇਗਾ। ਹਾਲੇਲੂਇਆ। ਅਸੀਂ ਤਾਂ ਕਿਸੇ ਨੂੰ ਥੋੜ੍ਹਾ ਬਹੁਤ ਕਰਜ਼ ਹੀ ਮਾਫ਼ ਕਰਨਾ ਹੈ ਨਾ, ਪਰ ਸਾਡੇ ਪਰਮੇਸ਼ਰ ਨੇ ਤਾਂ ਸਾਡੇ ਪਾਪ ਮਾਫ਼ ਕਰ ਦਿੱਤੇ। ਜੇ ਸਾਡੇ ਪਾਪ ਨਾ ਮਾਫ਼ ਕੀਤੇ ਜਾਂਦੇ ਤੇ ਅਸੀਂ ਇਸ ਧਰਤੀ ਤੋਂ ਕਿਹੜੇ ਵੇਲੇ ਦੇ ਨਾਸ਼ ਹੋ ਚੁੱਕੇ ਹੁੰਦੇ, ਪਰ ਅੱਜ ਅਸੀਂ ਜ਼ਿੰਦਾ ਹਾਂ ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਮਾਫ਼ ਕੀਤਾ ਆ। ਤੇ ਜੇ ਸਾਡੇ ਪ੍ਰਭੂ ਨੇ, ਸਾਡੇ ਪਿਤਾ ਨੇ ਸਾਨੂੰ ਮਾਫ਼ ਕੀਤਾ ਤੇ ਸਾਨੂੰ ਮਾਫ਼ ਕਰਨਾ ਵੀ ਪਊਗਾ, ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਮਹਾਨ ਕੀਤਾ ਆ ਔਰ ਸਾਡੇ ਕੰਮ ਵੀ ਮਹਾਨ ਹੋਣੇ ਚਾਹੀਦੇ ਆ। ਹਾਲੇਲੂਇਆ। ਤੇ ਜੇ ਅਸੀਂ ਇੱਦਾਂ ਨਾ ਕਰਾਂਗੇ ਤਾਂ ਸਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਉਹ ਸਾਡੇ ਨਾਲ ਇੱਦਾਂ ਹੀ ਕਰੇਗਾ, ਉਹ ਵੀ ਸਾਨੂੰ ਮਾਫ਼ ਨਹੀਂ ਕਰੇਗਾ। ਤੇ ਆਓ ਅੱਜ ਆਪਾਂ ਉਹਨਾਂ ਸਾਰੇ ਭੈਣ ਭਾਈਆਂ ਦੇ ਲਈ ਪ੍ਰਾਰਥਨਾ ਕਰਾਂਗੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਪਾਪ ਵਿੱਚ ਆ, ਕਰਜ਼ ਵਿੱਚ ਆ, ਜਾਂ ਅੱਜ ਮਿਹਨਤ ਕਰ ਰਹੇ ਕਿ ਉਹਨਾਂ ਦੇ ਪਾਪ ਮਾਫ਼ ਕੀਤੇ ਜਾਣ। ਤੇ ਸੱਚਮੁੱਚ ਸਾਡਾ ਪਰਮੇਸ਼ਰ ਉਹਨਾਂ ਲਈ ਆਪਣਾ ਦਿਲ ਨੂੰ ਖੋਲੇ ਔਰ ਉਹਨਾਂ ਦੇ ਪਾਪ, ਗਲਤੀਆਂ, ਗੁਨਾਹ ਸਭ ਕੁਛ ਮਾਫ਼ ਕੀਤੇ ਜਾਣ ਔਰ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਰੌਸ਼ਨੀ ਆ ਜਾਵੇ। ਹਾਲੇਲੂਇਆ। ਤੇ ਆਓ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਮਹਾਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ, 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 ਧੰਨਵਾਦ। ਅੱਜ ਦੀ ਸੁਬਾਹ ਲਈ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਯਿਸੂ ਰਾਜਾ ਕਿ ਅੱਜ ਦੀ ਸਵੇਰ ਪਿਤਾ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਲੈ ਕੇ ਆਏ ਪਿਤਾ ਪਰਮੇਸ਼ਰ। ਤੁਸੀਂ ਮਹਾਨ ਹੋ, ਤੁਸੀਂ ਦਇਆਵਾਨ ਹੋ ਪਿਤਾ ਪਰਮੇਸ਼ਰ। ਅੱਜ ਦੀ ਸੁਬਾਹ ਪਿਤਾ ਪਰਮੇਸ਼ਰ ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਖਾਸ ਸੁਬਾਹ ਬਣ ਜਾਏ ਪਿਤਾ ਪਰਮੇਸ਼ਰ ਔਰ ਇਹਨਾਂ ਦੀ ਜ਼ਿੰਦਗੀ ਪਿਤਾ ਪਰਮੇਸ਼ਰ ਇੱਕ ਨਵੀਂ ਨਰੋਈ ਹੋ ਜਾਵੇ ਪਿਤਾ ਪਰਮੇਸ਼ਰ। ਅੱਜ ਦਾ ਸੰਦੇਸ਼, ਅੱਜ ਦਾ ਵਚਨ ਪਿਤਾ ਇਹਨਾਂ ਤੁਹਾਡੇ ਬੱਚਿਆਂ ਦੇ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਬਹੁਤ ਜ਼ਿਆਦਾ ਆਸ਼ੀਸ਼ ਲੈ ਕੇ ਆਵੇ ਪਿਤਾ ਪਰਮੇਸ਼ਰ। ਔਰ ਅੱਜ ਦੇ ਵਚਨ ਦੇ ਦੁਆਰਾ ਪਿਤਾ ਤੇ ਤੁਹਾਡੇ ਅਭਿਸ਼ੇਕ ਨਾਲ ਭਰ ਜਾਣ ਪਿਤਾ। ਇਹਨਾਂ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਿਤਾ ਆਰਿਆ ਕਰਨ ਵਾਲੀਆਂ ਹਰ ਵੱਡੀਆਂ ਗੰਦੀਆਂ ਸ਼ਕਤੀਆਂ, ਗੰਦੀਆਂ ਆਤਮਾਵਾਂ ਪਿਤਾ ਜਾਂ ਕਿਸੇ ਪ੍ਰਕਾਰ ਦੀਆਂ ਬਿਮਾਰੀਆਂ ਆਪਣੇ ਕਰਿਆ ਕਰਦੀਆਂ, ਯਿਸੂ ਨਾਸਰੀ ਤੁਹਾਡੇ ਸਾਮਰਥ ਨਾਲ ਹਮੇਸ਼ਾ ਹਮੇਸ਼ਾ ਦੇ ਨਸ਼ਟ ਹੋ ਜਾਣ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ, ਅੱਜ ਦੇ ਇਹਨਾਂ ਸੰਦੇਸ਼ਾਂ ਦੇ ਦੁਆਰਾ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਪਿਤਾ ਆਪਣੇ ਆਪ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੇ ਹੱਥਾਂ ਦੇ ਸਮਰਪਣ ਕਰਦੇ ਪਿਤਾ ਪਰਮੇਸ਼ਰ। ਜੋੜ ਪਿਤਾ ਇਹਨਾਂ ਤੁਹਾਡੇ ਬੱਚਿਆਂ ਦੇ ਪਿਤਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਆ ਪਿਤਾ ਪਰਮੇਸ਼ਰ ਔਰ ਅੱਜ ਤੁਹਾਡੇ ਨਾਂ ਦੇ ਵਿੱਚ ਪਿਤਾ ਪਰਮੇਸ਼ਰ ਹਮੇਸ਼ਾ ਹਮੇਸ਼ਾ ਇਹਨਾਂ ਦੀ ਜ਼ਿੰਦਗੀ ਵਿੱਚ ਖਤਮ ਹੋ ਜਾਣ ਪਿਤਾ। ਔਰ ਮਹਾਨ ਪਿਤਾ ਉਹ ਤੁਹਾਡੇ ਬੱਚੇ ਪਿਤਾ ਪਰਮੇਸ਼ਰ ਜਦ ਵੀ ਤੁਹਾਨੂੰ ਪੁਕਾਰਨ ਮੇਰੇ ਪ੍ਰਭੂ, ਤੁਸੀਂ ਇਹਨਾਂ ਦੀ ਪੁਕਾਰ ਨੂੰ, ਤੁਸੀਂ ਇਹਨਾਂ ਦੀ ਆਵਾਜ਼ ਨੂੰ ਸੁਣੋ ਪਿਤਾ, ਕਿਉਂਕਿ ਤੁਸੀਂ ਪਾਪੀਆਂ ਨੂੰ ਪਿਆਰ ਕਰਦੇ ਹੋ ਪਿਤਾ ਪਰਮੇਸ਼ਰ। ਜਦ ਕੋਈ ਪਾਪੀ ਪਿਤਾ ਪਰਮੇਸ਼ਰ ਅਪਰਾਧਿਤ ਤੁਹਾਡੇ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਰ ਆਪਣੇ ਅਪਰਾਧਾਂ ਨੂੰ ਮੰਨਦਾ ਹੋਇਆ ਪਿਤਾ ਪਰਮੇਸ਼ਰ, ਆਪਣੇ ਅਪਰਾਧਾਂ ਨੂੰ ਕਬੂਲ ਕਰਦਾ ਹੈ ਪਿਤਾ, ਤੁਹਾਡੇ ਸਾਹਮਣੇ ਪਿਤਾ ਆਪਣੇ ਪਾਪਾਂ ਦਾ ਪਛਤਾਵਾ ਕਰਦਾ ਆ, ਤੁਸੀਂ ਮਾਫ਼ ਕਰ ਦਿਓ ਮੇਰੇ ਯਹੋਵਾ ਪ੍ਰਭੂ। ਅੱਜ ਇਹਨਾਂ ਆਪਣੇ ਬੱਚਿਆਂ ਨੂੰ ਮਾਫ਼ ਕਰੋ ਪਿਤਾ ਪਰਮੇਸ਼ਰ। ਉਹ ਤੁਹਾਡੀ ਮਾਫ਼ੀ ਦੇ ਦੁਆਰਾ ਪਿਤਾ ਪਰਮੇਸ਼ਰ ਇਹ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਮੇਰੇ ਪ੍ਰਭੂ। ਥੈਂਕ ਯੂ ਜੀਸਸ, ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਤੁਹਾਡਾ ਦਾਸ ਹੋਣ ਦੇ ਨਾਤੇ ਪਿਤਾ ਮੈਂ ਤੁਹਾਡੇ ਅੱਗੇ ਰਿਕਵੈਸਟ ਕਰਦਾ ਪਿਤਾ ਪਰਮੇਸ਼ਰ, ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਆਸ਼ੀਸ਼ ਨਾਲ ਭਰੋ ਪਿਤਾ।
ਤੁਸੀਂ ਇਹਨਾਂ ਦੇ ਅਪਰਾਧਾਂ ਨੂੰ, ਪਾਪਾਂ ਨੂੰ ਮਾਫ ਕਰੋ ਪਿਤਾ ਪਰਮੇਸ਼ਰ। ਇਹ ਤੁਹਾਡੇ ਬੱਚੇ ਪਿਤਾ ਪਰਮੇਸ਼ਰ, ਜੋ ਇਹਨਾਂ ਦੇ ਪਿਤਾ ਪਰਮੇਸ਼ਰ ਕੋਈ ਪ੍ਰਤੀ ਜਾਂ ਇਹਨਾਂ ਦੇ ਕਿਸੇ ਵੀ ਕਾਰੋਬਾਰ ਦੇ ਪ੍ਰਤੀ ਜਾਂ ਇਹਨਾਂ ਦੀ ਫੈਮਲੀਆਂ ਦੇ ਪ੍ਰਤੀ ਪਿਤਾ ਪਰਮੇਸ਼ਰ ਕੋਈ ਵੀ ਪਿਤਾ ਉਲਟੀਆਂ ਪਰੇਸ਼ਾਨੀਆਂ ਜਾਂ ਕੋਈ ਸਮੱਸਿਆ ਨੂੰ ਲੈ ਕੇ ਪਿਤਾ ਪਰਮੇਸ਼ਰ ਆਪਣਾ ਕਾਰਜ ਕਰਦਾ ਪਿਤਾ, ਉਹਨਾਂ ਨੂੰ ਮਾਫ ਕਰਨ ਪਿਤਾ ਪਰਮੇਸ਼ਰ, ਤਾਂ ਜੋ ਤੁਹਾਡੀ ਅਸਰੀ ਦੇ ਵਿੱਚ ਪਿਤਾ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਔਰ ਇਹਨਾਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਪਿਤਾ ਸੁੱਖ ਦੇ ਦਿਨ ਆਉਣ ਪਿਤਾ ਪਰਮੇਸ਼ਰ, ਔਰ ਸਦਾ ਸੁਖੀ ਰਹਿਣ ਪਿਤਾ ਪਰਮੇਸ਼ਰ। ਥੈਂਕ ਯੂ ਜੀਸਸ, ਹਾਲੇਲੂਇਆ। ਤੁਸੀਂ ਆਪਣੇ ਬੱਚਿਆਂ ਨੂੰ ਆਜ਼ਾਦ ਕਰ ਰਹੇ ਹੋ, ਚੰਗੇ ਕਰ ਰਹੇ ਹੋ ਪਿਤਾ। ਮੈਂ ਤੁਹਾਡੇ ਸਾਮਰਥੀ ਨਾਲ ਚ ਪਿਤਾ ਪਰਮੇਸ਼ਰ ਇਹਨਾਂ ਤੁਹਾਡੇ ਬੱਚਿਆਂ ਨੂੰ ਪਿਤਾ ਆਤਮਾ ਦੇ ਵਿੱਚ ਬਲੈਸ ਕਰਦਾ। ਮੈਂ ਇਹਨਾਂ ਦੀ ਮਦਦ ਕਰੋ, ਸਹਾਇਤਾ ਕਰੋ ਪਿਤਾ। ਜਿੰਨੇ ਵੀ ਤੁਹਾਡੇ ਬੱਚੇ ਪਿਤਾ ਨੇ ਤੁਹਾਡੇ ਬੱਚੇ ਤੁਹਾਨੂੰ ਸੀਖ ਕਰ ਰਹੇ ਸੁਣ ਰਹੇ ਮੇਰੀ ਸ਼ਲਾਸਰੀ, ਔਰ ਜਿੰਨੇ ਵੀ ਇਹਨਾਂ ਦੇ ਬੰਦ ਹੋਏਗਾ ਪ੍ਰਭੂ ਮੈਂ ਤੁਹਾਡੇ ਸਾਮਰਥੀ ਨਾਲ ਚਿਰਪੜ ਕਰਦਾ ਪਿਤਾ। ਔਰ ਪਿਤਾ ਪਰਮੇਸ਼ਰ ਮੈਂ ਤੁਹਾਡੇ ਸਾਮਰਥੀ ਨਾਲ ਜਿਹੜਾ ਜੋ ਬੱਚੇ ਪਿਤਾ ਪਰਮੇਸ਼ਰ ਤੁਹਾਡੀ ਹਸੂਲੀ ਦੇ ਵਿੱਚ ਪਿਤਾ ਆਪਣੇ ਕੰਮਾਂ ਕਾਰਾਂ ਨੂੰ ਲੈ ਕੇ ਪਰੇਸ਼ਾਨ ਆ ਪਿਤਾ, ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਮੇਰੀ ਖੋਵਾ ਪਰਮੇਸ਼ਰ। ਕਾਰੋਬਾਰ ਬਿਜ਼ਨਸ ਵਿੱਚ ਉਹਨਾਂ ਦੀ ਮਦਦ ਕਰੋ, ਸਹਾਇਤਾ ਕਰੋ ਪਿਤਾ ਪਰਮੇਸ਼ਰ। ਥੈਂਕ ਯੂ ਜੀਸਸ, ਹਾਲੇਲੂਇਆ। ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ, ਪਹਿਲਾਂ ਮੇਰੇ ਰਾਜ ਤੇ ਭਾਗ ਦੀ ਖੋਜ ਕਰੋ ਤੇ ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਹੋਣਗੀਆਂ। ਪ੍ਰਭੂ ਇਹ ਤੁਹਾਡੇ ਬੱਚੇ ਬਲੈਸ ਹੋ ਜਾਣ ਪਿਤਾ, ਔਰ ਤੁਹਾਡੇ ਰਾਜ ਦੀ ਪਿਤਾ ਪਰਮੇਸ਼ਰ ਤੁਹਾਡੇ ਵਚਨ ਦੀ ਖੋਜ ਕਰਨ ਵਾਲੇ ਬਣ ਜਾਣ ਪਿਤਾ। ਔਰ ਹਰ ਰੋਜ਼ ਹਰ ਪਲ ਤੇ ਹਰ ਘੜੀ ਪਿਤਾ ਪਰਮੇਸ਼ਰ, ਹਰ ਸੁਬਾਹ ਹਰ ਸ਼ਾਮ ਪਿਤਾ ਇਹਨਾਂ ਤੁਹਾਡੇ ਮਧੁਰ ਵਚਨਾਂ ਦੇ ਕਰਸ਼ਾਂ ਪਿਤਾ ਪਰਮੇਸ਼ਰ, ਇਹਨਾਂ ਦੀ ਪਿਆਸ ਨੂੰ ਵਧਾਓ ਮੇਰੀ ਹਵਾ ਪਰਮੇਸ਼ਰ। ਇਹਨਾਂ ਦੇ ਦਿਲਾਂ ਨੂੰ ਬਲੈਸ ਕਰੋ ਪ੍ਰਭੂ, ਤੁਹਾਡੀ ਆਸ਼ੀਸ਼ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰੇ ਪ੍ਰਭੂ। ਪੂਰੇ ਘਰਾਂ ਨੂੰ, ਪੂਰੇ ਪਰਿਵਾਰਾਂ ਨੂੰ ਮੈਂ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦਾ ਆ, ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦਾ। ਆਮੀਨ, ਆਮੀਨ।